ਵਾਹਿਗੁਰੂ ਸਾਹਿਬ ਜੀਓ। ਬਹੁਤ ਜਨਮ ਬਿਸਰੇ ਥੇ ਮਾਦੋ, ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਫਿਰ ਪਾਛੈ ਪਛਤਾਹੋਂਗੇ, ਪ੍ਰਾਨ ਜਾਏਂਗੇ ਛੂਟ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ, ਕਿਆ ਲਾਗੈ ਮੇਰਾ। ਚਬਰ ਛਤਰ ਤਖਤ ਮਾਲਿਕ, ਅੰਤਰਜਾਮੀ, ਲੋਕ ਪਰਲੋਕ ਦੇ ਸਹਾਈ, ਪ੍ਰਗਟ ਗੁਰਾਂ ਕੀ ਦੇਹ ਗੁਰਤਾ ਗੱਦੀ ਤੇ ਬਿਰਾਜਮਾਨ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਾਰੇ ਹੀ ਬੜੇ ਪਿਆਰ ਭਾਵਨਾ ਸਹਿਤ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡ ਭਾਗੀ ਹੋ, ਤਨਤਾ ਦੇ ਜੋਗ ਹੋ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਰਾਤਰੀ ਦੇ ਸਮੇਂ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ, ਜਪਜੀ ਸਾਹਿਬ ਜੀ ਦੀ ਪਾਵਨ ਵਿਚਾਰ ਸਰਵਣ ਕਰਨ ਵਾਸਤੇ ਬੜੇ ਪਿਆਰ ਭਾਵਨਾ ਸਹਿਤ ਗੁਰੂ ਚਰਨਾਂ ਵਿੱਚ ਜੁੜ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਆਓ ਜਿਵੇਂ ਆਪ ਜੀਆਂ ਨੇ ਪਿਛਲੀ ਪੌੜੀ ਵਿੱਚ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਇਸ ਪਾਵਨ ਪੌੜੀ ਦੀ ਵਿਚਾਰ ਆਪ ਜੀਆਂ ਨੇ ਸਰਵਣ ਕੀਤੀ ਹੈ। ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਹੜੇ ਇਸ ਅਵਸਥਾ ਤੇ ਪਹੁੰਚ ਚੁੱਕੇ ਹਨ, ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਗਈ, ਉਹਨਾਂ ਦੀ ਜਿਹੜੀ ਮਹਿਮਾ ਹੈ ਇਹ ਸਾਰੀ ਪੌੜੀ ਵਿੱਚ ਸਤਿਗੁਰ ਨੇ ਬਿਆਨ ਕੀਤੀ ਹੈ। ਤੇ ਅਖੀਰਲੇ ਵਿੱਚ ਸਤਿਗੁਰ ਕਿਰਪਾ ਕਰਦੇ ਨੇ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਜਿੰਨੇ ਵੀ ਕੌਤਕ ਨੇ ਪਾਤਸ਼ਾਹ, ਮੈਂ ਇੱਕ ਵਾਰ ਵੀ ਵਾਰਿਆ ਨਹੀਂ ਜਾ ਸਕਦਾ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਟਲ ਹੈ। ਇਹ ਪਾਵਨ ਪੌੜੀ ਦੀ ਵਿਚਾਰ ਆਪ ਜੀਆਂ ਨੇ ਸਰਵਣ ਕੀਤੀ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਗਲੀ 3 ਪੌੜੀਆਂ ਵਿੱਚ ਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਸਿੱਖ ਨੂੰ ਕਿਹੜੇ ਕਿਹੜੇ ਰਾਹਾਂ ਤੋਂ ਲੰਘ ਕਰਕੇ ਧਰਮ ਦੇ ਮਾਰਗ ਤੋਂ ਉਸ ਪਰਮਾਤਮਾ ਦੇ ਦਰਵਾਜ਼ੇ ਤੱਕ ਮਨੁੱਖ ਪਹੁੰਚ ਸਕਦਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪੌੜੀ ਵਿੱਚ ਮਹਾਰਾਜ ਸਿੱਖ ਨੂੰ ਉਪਦੇਸ਼ ਕਰਦੇ ਹਨ। ਜੋ 17ਵੀਂ ਪੌੜੀ ਦੀ ਆਰੰਭਤਾ ਸਤਿਗੁਰੂ ਕਹਿੰਦੇ ਅਸੰਖ ਜਪ ਅਸੰਖ ਭਾਓ। ਗੁਰੂ ਪਿਆਰਿਓ, ਜਿਵੇਂ ਅਸੀਂ ਕਈ ਵਾਰੀ ਬਾਣੀ ਪੜ੍ਹਦੇ ਆਂ, ਸੇਵਾ ਕਰਦੇ ਆਂ, ਗੁਰੂ ਨਾਨਕ ਸਾਹਿਬ ਕਹਿੰਦੇ ਕਿਤੇ ਮੇਰੇ ਸਿੱਖ ਦੇ ਮਨ ਵਿੱਚ ਇਹ ਨਾ ਆ ਜੇ ਕਿ ਮੇਰੇ ਵਰਗੀ ਕੋਈ ਸੇਵਾ ਨਹੀਂ ਕਰਦਾ, ਕਿਤੇ ਮੇਰੇ ਵਰਗੀ ਕੋਈ ਬਾਣੀ ਨਹੀਂ ਪੜ੍ਹਦਾ, ਮੇਰੇ ਵਰਗੀ ਕੋਈ ਲੰਗਰ ਵਿੱਚ ਸੇਵਾ ਨਹੀਂ ਕਰਦਾ। ਭਾਵ ਕਿਸੇ ਤਰੀਕੇ ਦਾ ਵੀ ਮਨ ਵਿੱਚ ਗੁਰੂ ਪਿਆਰਿਓ ਹੰਕਾਰ ਨਹੀਂ ਆਉਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਅਸੰਖ ਦਾ ਮਤਲਬ ਹੈ ਅਣਗਿਣਤ, ਇੱਕ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਤੇ ਭਗਤੀ ਕਰਦੀ ਏ ਜਿਵੇਂ ਕੋਈ ਸਿੱਖ ਸੇਵਾ ਕਰੇ, ਸਤਿਗੁਰ ਦੀ ਭਗਤੀ ਕਰੇ, ਪਰ ਭਗਤੀ ਕਰਕੇ ਹੰਕਾਰ ਕਰ ਲੈ। ਮਹਾਰਾਜ ਮੇਰੇ ਵਰਗੀ ਭਗਤੀ ਕੋਈ ਨਹੀਂ ਕਰਦਾ।
ਮੇਰੇ ਵਰਗਾ ਸਿਮਰਨ ਕੋਈ ਨਹੀਂ, ਮੇਰੇ ਵਰਗੀ ਸੇਵਾ ਕੋਈ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਣਗਿਣਤ ਜਿਹੜੇ ਜੀਵ ਹਨ ਅਕਾਲ ਪੁਰਖ ਦੀ ਰਚਨਾ ਵਿੱਚ ਉਹ ਪਰਮੇਸ਼ਰ ਦਾ ਜਪ ਕਰਦੇ ਨੇ। ਹੁਣ ਜਪ ਵੀ ਬੜੇ ਤਰੀਕੇ ਦੇ ਨੇ। ਹਿੰਦੂ ਧਰਮ ਵਿੱਚ ਆਪੋ ਆਪਣਾ ਤਰੀਕਾ ਹੈ। ਕੋਈ ਇੱਕ ਲੱਤ ਤੇ ਖੜੇ ਹੋ ਕਰਕੇ ਜਪ ਕਰਦਾ ਹੈ, ਕੋਈ ਤੀਰਥਾਂ ਦਾ ਭ੍ਰਮਣ ਕਰਕੇ ਜਪ ਕਰਦਾ ਹੈ, ਕੋਈ ਭੁੱਖਿਆਂ ਰਹਿ ਕੇ ਜਪ ਕਰਦਾ ਹੈ। ਸਤਿਗੁਰੂ ਕਹਿੰਦੇ ਕੋਈ ਮੌਨ ਰੱਖ ਕਰਕੇ ਜਪ ਕਰਦਾ। ਜਪ ਵੀ ਅਨੇਕਾਂ ਤਰੀਕਾਂ ਦੇ ਨੇ, ਅਣਗਿਣਤ ਜਪ ਹਨ ਸੰਸਾਰ ਵਿੱਚ। ਸਤਿਗੁਰੂ ਕਹਿੰਦੇ ਅਣਗਿਣਤ ਜਪ ਹਨ ਤੇ ਅਣਗਿਣਤ ਜਿਹੜੇ ਜੀਵ ਹਨ ਉਹ ਪਰਮੇਸ਼ਰ ਦਾ ਆਪੋ ਆਪਣੇ ਤਰੀਕੇ ਨਾਲ ਜਪ ਕਰਦੇ ਨੇ। ਮੁਸਲਮਾਨ ਧਰਮ ਆਪੋ ਆਪਣੇ ਤਰੀਕੇ ਨਾਲ, ਹਿੰਦੂ ਧਰਮ ਆਪੋ ਆਪਣੇ ਤਰੀਕੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਰ ਅਗਲਾ ਬਚਨ ਅਸੰਖ ਭਾਓ। ਗੁਰੂ ਰੂਪ ਗੁਰੂ ਖਾਲਸਾ ਜੀ ਮਹਾਰਾਜ ਕਹਿੰਦੇ ਬੇਅੰਤ ਜੀਵ ਹੋਰਨਾਂ ਨਾਲ ਪਿਆਰ ਦਾ ਵਰਤਾਰਾ ਕਰ ਰਹੇ ਹਨ। ਬੜੀ ਪ੍ਰਕਾਰ ਦੀ ਭਗਤੀ ਮੰਨੀ ਹੈ, ਪਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਸੁਣਾਂਗੇ ਮਹਾਰਾਜ ਕਹਿੰਦੇ ਨੇ ਅਨੇਕਾਂ ਜੀਵ ਅਨੇਕਾਂ ਜੀਵਾਂ ਨਾਲ ਪਿਆਰ ਕਰਦੇ ਆ। ਜਿਵੇਂ ਮਾਂ ਦਾ ਪੁੱਤਰ ਲਈ ਪਿਆਰ ਹੋ ਰਿਹਾ, ਭੈਣ ਦਾ ਭਰਾ ਲਈ ਪਿਆਰ ਹੋ ਰਿਹਾ, ਪਤੀ ਦਾ ਪਤਨੀ ਲਈ ਪਿਆਰ ਹੋ ਰਿਹਾ। ਸਤਿਗੁਰੂ ਕਹਿੰਦੇ ਅਸੰਖ ਭਾਉ, ਅਸੰਖ ਜੀਵ ਜਿਹੜੇ ਨੇ, ਬੇਅੰਤ ਜੀਵ ਜਿਹੜੇ ਨੇ ਹੋਰਨਾਂ ਨਾਲ ਵਰਤਾਵਾ ਪਿਆਰ ਦਾ ਕਰ ਰਹੇ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਅਸੰਖ ਪੂਜਾ ਅਸੰਖ ਤਪ ਤਾਉ। ਹੁਣ ਸਿੱਖ ਨੂੰ ਇਹ ਬਚਨ ਕਰ ਦਿੱਤਾ ਕਿ ਤੇ ਇਹ ਜਪ ਕਰੇ ਤੇ ਹੋਰਨਿਆਂ ਨੂੰ ਆਪਣੇ ਨੀਵਿਆਂ ਵੱਲ ਜਿਹੜੇ ਕਰਦੇ ਨੇ ਉਹਨਾਂ ਨੂੰ ਦੇਖ ਕੇ ਮਖੌਲ ਕਰੇ। ਕਈ ਵਾਰੀ ਹੁੰਦਾ ਨਾ ਕਿ ਆਪ ਤੇ ਸੇਵਾ ਕਰਦਾ ਪਰ ਦੂਜਿਆਂ ਨੂੰ ਮਖੌਲ ਕਰਦਾ ਕਿ ਮੇਰੇ ਵਰਗੀ ਸੇਵਾ ਤੁਸੀਂ ਨਹੀਂ ਕਰਦੇ। ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਮਨੁੱਖ ਗੁਰੂ ਕੀ ਸੰਗਤ ਵਿੱਚ ਆ ਕੇ ਗੁਰਦੁਆਰਾ ਸਾਹਿਬ ਆ ਕੇ ਸੇਵਾ ਕਰਦਾ ਪਰ ਕਰਨ ਤੋਂ ਬਾਅਦ ਫਿਰ ਕਈਆਂ ਨੂੰ ਮਖੌਲਾਂ ਕਰ ਜਾਂਦਾ, ਤੁਸੀਂ ਕਰਦੇ ਕੀ ਹੋ, ਸੇਵਾ ਤੇ ਮੈਂ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਿੱਖ ਨੂੰ ਇਹਨਾਂ ਗੱਲਾਂ ਤੋਂ ਮਹਾਰਾਜ ਨੇ ਪਰੇ ਕੀਤਾ ਕਿ ਛੋਟਿਆਂ ਨੂੰ ਦੇਖ ਕੇ, ਪਿਛਲੇ ਜਿਹੜੇ ਸੇਵਾ ਨਹੀਂ ਕਰਦੇ ਉਹਨਾਂ ਨੂੰ ਦੇਖ ਕੇ ਮਖੌਲ ਨਹੀਂ ਕਰਨੀ, ਤੇ ਜਿਹੜੇ ਉਸ ਤੋਂ ਅੱਗੇ ਨੇ ਜਿਵੇਂ ਉਹ ਘੱਟ ਸੇਵਾ ਕਰਦਾ ਹੋਵੇ, ਕੋਈ ਸਿੱਖ ਘੱਟ ਸੇਵਾ ਕਰਦਾ, ਇਹ ਵੀ ਹੁੰਦਾ ਜੀਵਨ ਵਿੱਚ ਕਿ ਮੈਂ ਘੱਟ ਸੇਵਾ ਕਰਦਾ ਪਰ ਮੇਰੇ ਤੋਂ ਜ਼ਿਆਦਾ ਇੱਕ ਹੋਰ ਆਉਂਦਾ ਉਹ ਬੜੀ ਸੇਵਾ ਕਰਦਾ, ਉਹਦੇ ਨਾਲ ਫਿਰ ਈਰਖਾ ਕਰਨ ਲੱਗ ਪੈਂਦਾ। ਹੁੰਦਾ ਹੈ ਨਾ, ਜਿਹੜਾ ਘੱਟ ਕਰਦਾ ਉਹਦੀ ਮਖੌਲ ਕਰਨੀ, ਤੇ ਜਿਹੜਾ ਆਪਣੇ ਤੋਂ ਵੱਧ ਕਰਦਾ ਹੋਵੇ ਮਹਾਰਾਜ ਕਹਿੰਦੇ ਉਹਦੇ ਨਾਲ ਫਿਰ ਈਰਖਾ ਕਰਨੀ। ਇਹ ਵੱਧ ਕਿਉਂ ਕਰਦਾ, ਇਹਨੂੰ ਹਟਾਉਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਸਿੱਖ ਦਾ ਜੀਵਨ ਹੈ ਸਿੱਖਣਾ। ਬਹੁਤ ਲੋਕ ਜਿਹੜੇ ਨੇ ਉਹ ਥੋੜੀ ਜਿਹੀਆਂ ਸ਼ਕਤੀਆਂ ਆ ਜਾਣ ਤੇ ਆਪਣੇ ਆਪ ਨੂੰ ਸਭ ਕੁਝ ਸਮਝਣ ਲੱਗ ਪੈਂਦੇ ਆ ਕਿ ਹੁਣ ਲੋੜ ਨਹੀਂ, ਹੁਣ ਬਹੁਤ ਕੁਝ ਪ੍ਰਾਪਤ ਹੋ ਗਿਆ। ਮਹਾਰਾਜ ਕਹਿੰਦੇ ਨਹੀਂ, ਗੁਰੂ ਕੇ ਸਿੱਖ ਵਾਸਤੇ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਸਿੱਖਣਾ ਹੀ ਹੈ। ਸਾਰੀ ਜ਼ਿੰਦਗੀ ਸਿੱਖਣਾ ਹੀ ਗੁਰੂ ਕੀ ਸਿੱਖੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ ਕਿ ਅਸੰਖ ਜਿਹੜੇ ਲੋਕ ਨੇ ਉਹ ਪੂਜਾ ਕਰਦੇ ਨੇ। ਹੁਣ ਜਿਵੇਂ ਮਹਾਰਾਜ ਉਦਾਹਰਣ ਦਿੰਦੇ ਆ, ਜਿਵੇਂ ਲੰਗਰ ਵਿੱਚ ਬਹੁਤ ਸੰਗਤਾਂ ਲੰਗਰ ਛਕਦੀਆਂ ਨੇ, ਪਰ ਹੁਣ ਸਾਰਿਆਂ ਦਾ ਲੰਗਰ ਛਕਣ ਦਾ ਤਰੀਕਾ ਵੱਖੋ ਵੱਖਰਾ। ਕੋਈ ਲੰਗਰ ਛਕਣ ਵਿੱਚ ਪਾਣੀ ਪਹਿਲਾਂ ਪੀ ਲੈਂਦਾ, ਕੋਈ ਬਾਅਦ ਵਿੱਚ ਪੀਂਦਾ, ਕੋਈ ਵਿਚਕਾਰ ਪੀ ਲੈਂਦਾ, ਕੋਈ ਜਲਦੀ ਛਕ ਕੇ ਉੱਠ ਜਾਂਦਾ, ਕੋਈ ਬੜੀ ਦੇਰ ਨਾਲ ਉੱਠਦਾ। ਮਹਾਰਾਜ ਕਹਿੰਦੇ ਇਸੇ ਤਰੀਕੇ ਨਾਲ ਜਿਹੜੀ ਭਗਤੀ ਕਰਨੀ ਹੈ ਉਹ ਵੀ ਸਤਿਗੁਰੂ ਕਹਿੰਦੇ ਬਹੁਤ ਤਰੀਕਿਆਂ ਦੀ ਹੈ। ਜਿਵੇਂ ਸਕੂਲ ਵਿੱਚ ਬੱਚਾ ਜਾਂਦਾ ਹੈ, ਸਾਰੇ ਬੱਚੇ ਸਕੂਲ ਵਿੱਚ ਵੀ ਜਾਂਦੇ ਨੇ, ਕਲਾਸ ਵਿੱਚ ਵੀ ਬੈਠਦੇ ਨੇ, ਪਰ ਸਾਰੇ ਗੁਰੂ ਪਿਆਰਿਓ ਪਾਸ ਨਹੀਂ ਹੁੰਦੇ। ਬਹੁਤ ਘੱਟ ਜਿਹੜੇ ਨੇ ਪਾਸ ਹੁੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਬਹੁਤ ਜਿਹੜੇ ਸੰਸਾਰ ਦੇ ਅਣਗਿਣਤ ਜੀਵ ਨੇ ਉਹ ਆਪੋ ਆਪਣੇ ਵੱਖੋ ਤਰੀਕਿਆਂ ਨਾਲ ਪਰਮੇਸ਼ਰ ਦੀ ਭਗਤੀ ਕਰ ਰਹੇ ਨੇ। ਅਸੰਖ ਤਪ ਤਾਉ ਭਾਵ ਬਹੁਤ ਜੀਵ ਜਿਹੜੇ ਨੇ ਤਪ ਸਾਧ ਰਹੇ ਨੇ। ਇਸ ਤਰੀਕੇ ਦੇ ਨਾਲ ਮਹਾਰਾਜ ਬਚਨ ਕਰਦੇ ਅਸੰਖ ਗ੍ਰੰਥ ਮੁਖ ਵੇਦ ਪਾਠ। ਬੇਅੰਤ ਜੀਵ ਵੇਦਾਂ ਨੂੰ ਪੜ ਰਹੇ ਨੇ, 4 ਵੇਦ ਸਿਮਰਤੀਆਂ। ਹੋਰ ਗੁਰੂ ਪਿਆਰੇ ਹੋਰ ਜਿਹੜੇ ਧਰਮਾਂ ਦੇ ਗ੍ਰੰਥ ਹਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪੜ ਰਹੇ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵੇਦਾਂ ਦਾ ਪਾਠ ਜਿਹੜੇ ਨੇ ਉਹ ਮੂੰਹ ਨਾਲ ਬੋਲ ਕੇ ਕਰ ਰਹੇ ਨੇ। ਸਤਿਗੁਰਾਂ ਤੋਂ ਕੁਰਬਾਨ ਜਾਈਏ, ਜਿੰਨੇ ਵੀ ਸੰਸਾਰ ਵਿੱਚ ਗ੍ਰੰਥ ਹੋਏ ਨੇ ਹੁਣ ਤੱਕ,
ਭਾਵੇਂ ਬਹੁਤ ਸਤਿਕਾਰਯੋਗ ਬਾਈਬਲ ਹੈ, ਕੁਰਾਨ ਹੈ, ਰਮਾਇਣ ਹੈ, ਗੀਤਾ ਹੈ, ਹੋਰ ਵੀ ਧਾਰਮਿਕ ਗ੍ਰੰਥ ਹਨ, ਪਰ ਕਿਸੇ ਨੂੰ ਵੀ ਗੁਰੂਤਾ ਗੱਦੀ ਜਿਹੜੀ ਹੈ ਪ੍ਰਾਪਤ ਨਹੀਂ ਹੋਈ। ਦਸਾਂ ਪਾਤਸ਼ਾਹੀਆਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਵਰਤੇ ਨੇ, ਔਰ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਦੇਖਦਿਆਂ ਮਹਾਰਾਜ ਨੇ ਦੇਖਿਆ ਜੇ ਆਉਣ ਵਾਲੇ ਸਮੇਂ ਵਿੱਚ ਫਿਰ ਇਹ ਰੀਤ ਚੱਲਦੀ ਰਹੀ, ਇਹ ਤੇ ਬੜਾ ਕੁਝ ਹੋ ਜਾਏਗਾ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਿੱਲੀ ਦੀ ਪਾਵਨ ਧਰਤੀ ਤੇ ਬਚਨ ਕਹੇ ਸਨ ਜਾਣ ਵੇਲੇ, ਪਰਲੋਕ ਪਿਆਨਾ ਕਰਨ ਸਮੇਂ ਮਹਾਰਾਜ ਨੇ ਬਚਨ ਕੀਤੇ ਸੀ, ਬਾਬਾ ਵਸਿਆ ਗ੍ਰਾਮ ਬਕਾਲੇ, ਵੀ ਹੁਣ 9ਵਾਂ ਗੁਰੂ ਜਿਹੜਾ ਉਹ ਗ੍ਰਾਮ ਬਕਾਲੇ ਵਿੱਚ ਹੈ। ਤੇ ਤੁਸੀਂ ਦੇਖਿਆ ਸੁਣਿਆ, ਬੜੀ ਵਾਰੀ ਸੁਣਿਆ ਹੋਵੇਗਾ ਕਿ ਜਦੋਂ ਇਹ ਬਚਨ ਮਹਾਰਾਜ ਦੇ ਮੁਖੋਂ ਉਚਾਰੇ, ਜਿਹੜੇ ਪਖੰਡੀ ਸਾਧ ਸਨ ਉਹਨਾਂ ਨੇ ਵੱਡੇ ਵੱਡੇ ਸਰਾਣੇ ਲੈ ਕੇ, ਵੱਡੇ ਵੱਡੇ ਤਖਤ ਪੋਸ ਲੈ ਕੇ, ਨਾਲ ਨੌਕਰ ਰੱਖ ਲਏ, ਤੁਸੀਂ ਚੌਰ ਸਾਹਿਬ ਕਰੋ, ਤੁਸੀਂ ਨਾਲ ਖੜੇ ਹੋ ਜਾਓ। 22 ਮੰਜੀਆਂ ਲੱਗ ਗਈਆਂ ਸੀ। ਸਾਨੂੰ ਤੇ ਕੁਰਬਾਨ ਜਾਣਾ ਚਾਹੀਦਾ ਸਤਿਗੁਰ ਤੋਂ। ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਨਾ ਦਿੰਦੇ ਤੇ ਮਹਾਰਾਜ ਕਹਿੰਦੇ ਜਿਵੇਂ ਇੱਕ ਬਚਨ ਕਰਦੇ ਆਂ 22 ਮੰਜੀਆਂ ਲੱਗ ਗਈਆਂ ਸੀ। ਮਹਾਰਾਜ ਕਹਿੰਦੇ ਅਸੀਂ ਦੇਖਦੇ ਆਂ ਕਿ ਆਉਣ ਵਾਲੇ ਕੁਝ ਸਾਲਾਂ ਬਾਅਦ 22,000 ਗੁਰੂ ਬਣ ਬੈਠਣਗੇ ਸਿੱਖ ਪੰਥ ਵਿੱਚ। ਇਹ ਸੱਚਾਈ ਹੈ ਨਾ, ਵੀ ਅਜੇ ਮਹਾਰਾਜ ਦੇ ਮੁਖੋਂ ਬੋਲ ਉਚਰੇ ਸਨ ਕਿ ਬਾਬਾ ਵਸੈ ਗ੍ਰਾਮ ਬਕਾਲੇ, ਅਗਲੇ ਦਿਨ ਹੀ 22 ਮੰਜੀਆਂ ਲੱਗ ਗਈਆਂ ਸੀ। ਉਹ ਲੱਭਣਾ ਔਖਾ ਹੋ ਗਿਆ ਸੀ ਮੱਖਣ ਸਾਹ ਲੁਬਾਣੇ ਨੂੰ। ਇਹ ਗੁਰੂ ਸਾਹਿਬ ਨੇ ਚੋਜ ਵਰਤੇ, ਜਹਾਜ਼ ਡੁੱਬਣ ਲੱਗਾ ਗੁਰੂ ਪਿਆਰਿਓ, ਅਰਦਾਸ ਕੀਤੀ ਗੁਰੂ ਚਰਨਾਂ ਵਿੱਚ, ਦਿੱਲੀ ਆਇਆ, ਪਤਾ ਕੀਤਾ ਮਹਾਰਾਜ ਕਹਿੰਦੇ ਸਤਿਗੁਰ ਤਾਂ ਪਰਲੋਕ ਪਿਆਰ ਨਾ ਕਰ ਗਏ। ਕਹਿੰਦੇ ਹੁਣ ਕੌਣ ਨੇ? ਕਹਿੰਦੇ ਹੁਣ ਮਹਾਰਾਜ ਨੇ ਬਚਨ ਕੀਤੇ ਐ, ਇਹ ਉੱਥੇ ਜਾ ਕੇ ਪਤਾ ਲੱਗਣਾ, ਬਾਬਾ ਵਸਿਆ ਗ੍ਰਾਮ ਬਕਾਲੇ। ਕਹਿੰਦੇ ਜਦੋਂ ਇਹ ਮੱਖਣ ਸਾਹ ਲੁਬਾਣਾ ਆਪਣੀ ਫੌਜ ਨੂੰ ਲੈ ਕਰਕੇ ਬਾਬੇ ਬਕਾਲੇ ਪਹੁੰਚਿਆ ਗੁਰੂ ਪਿਆਰਿਓ, ਕੀ ਦੇਖਦਾ 22 ਮੰਜੀਆਂ ਲੱਗੀਆਂ। ਹੈਰਾਨ ਹੋ ਗਿਆ ਕਿ ਅਜੇ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬੋਲ ਨੇ, ਬਾਬਾ ਵਸਿਆ ਗ੍ਰਾਮ ਬਕਾਲੇ ਇੱਕ ਗੁਰੂ ਹੋਣਾ ਚਾਹੀਦਾ, ਇੱਥੇ ਤੇ 22 ਮੰਜੀਆਂ ਲੱਗ ਗਈਆਂ। ਬੜਾ ਮਨ ਚਿੰਤਿਤ ਹੋ ਗਿਆ, ਲੱਭਾਂਗਾ ਕਿਵੇਂ। ਪਰ ਫਿਰ ਮਨ ਵਿੱਚ ਆਈ 500 ਮੋਹਰਾਂ ਸੁਖੀਆਂ ਨੇ, ਇਹਨਾਂ ਦੇ ਅੱਗੇ 5 ਰੱਖਦਾ, ਜਿਹਦੀਆਂ ਹੋਣਗੀਆਂ ਆਪੇ ਬੋਲ ਪਏਗਾ। ਕਿਉਂਕਿ ਜਿਹੜਾ ਮੇਰਾ ਜਹਾਜ਼ ਸਮੁੰਦਰ ਵਿੱਚੋਂ ਕੱਢ ਸਕਦਾ ਤੇ ਉਹ 5 ਕਰਕੇ ਵੀ ਤੇ ਬੋਲ ਹੀ ਸਕਦਾ ਨਾ। ਕਹਿੰਦੇ ਕੋਈ ਗੱਲ ਨਹੀਂ, ਜੇ ਇਹ ਦਾਨ ਹੋ ਜਾਣਗੀਆਂ ਚਲੋ। ਕਹਿੰਦੇ ਨੇ ਹਰ ਇੱਕ ਦੇ ਕੋਲ ਗਿਆ, 5-5 ਮੋਹਰਾਂ ਰੱਖੀਆਂ, ਸਾਰਿਆਂ ਨੇ ਆਸ਼ੀਰਵਾਦ ਦਿੱਤੇ, ਤੇਰਾ ਕਾਰੋਬਾਰ ਵਧੇ, ਤੇਰੇ ਘਰ ਵਿੱਚ ਖੁਸ਼ੀਆਂ ਆਣ। ਪਰ ਜਦੋਂ 22 ਦੀਆਂ 22 ਲੰਘ ਗਈਆਂ ਗੁਰੂ ਪਿਆਰਿਓ, ਬੜਾ ਹੈਰਾਨ ਹੋ ਗਿਆ, ਮਨ ਵਿਰਾਗੀ ਹੋ ਗਿਆ ਕਿ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਹੈ, ਤੁਸੀਂ ਇੱਥੇ ਵਸਦੇ ਹੋ ਪਰ ਮਹਾਰਾਜ ਹੋ ਕਿੱਥੇ ਹੋ। ਗੁਰੂ ਪਿਆਰਿਓ ਬੜਾ ਮਨ ਵਿਰਾਗੀ ਹੋ ਗਿਆ, ਮਹਾਰਾਜ ਜੇ ਤੁਸੀਂ ਜਹਾਜ਼ ਬੰਨੇ ਲਾਇਆ, ਕਿਰਪਾ ਕਰਕੇ ਦਰਸ਼ਨ ਵੀ ਦੇ ਦਿਓ। ਪਰ ਹੁਣ ਨਗਰ ਤੋਂ ਬਾਹਰ ਨਿਕਲਣ ਲੱਗਾ, ਬਾਬੇ ਬਕਾਲੇ ਤੋਂ ਸ਼ਹਿਰ ਤੋਂ ਬਾਹਰ ਨਿਕਲਣ ਲੱਗਾ। ਇੱਕ ਬਜ਼ੁਰਗ ਨੂੰ ਪੁੱਛਦਾ ਹੋਰ ਕੋਈ ਰਹਿੰਦਾ ਇੱਥੇ? ਤੇ ਬਜ਼ੁਰਗ ਕਹਿੰਦਾ ਇੱਕ, ਕਹਿੰਦੇ ਨੇ ਤੇਗਾ ਮਹਾਰਾਜ ਦਾ ਨਾਮ ਸੀ ਉਸ ਸਮੇਂ, ਤੇਗ ਬਹਾਦਰ ਬਾਦ ਵਿੱਚ ਪਿਆ। ਕਹਿੰਦੇ ਇੱਕ ਜਿਹੜਾ ਕੋਠੜੀ ਵਿੱਚ ਕਦੇ ਬਾਹਰ ਹੀ ਨਹੀਂ ਨਿਕਲਦਾ, ਕਈ ਸਾਲਾਂ ਤੋਂ ਅੰਦਰ ਤਪ ਕਰਦਾ ਪਿਆ। ਕਹਿੰਦੇ ਚਲੋ ਫਿਰ ਮਨ ਵਿੱਚ ਆਸ ਜਾਗੀ, ਅੰਦਰ ਚਲੇ ਗਿਆ। ਹੁਕਮ ਨਹੀਂ ਸੀ, ਪਰ ਜਦੋਂ ਹੁਕਮ ਦੇ ਵਿੱਚ ਗੁਰੂ ਪਿਆਰਿਓ ਅੰਦਰ ਗਿਆ ਤੇ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ 5 ਮੋਹਰਾਂ ਰੱਖ ਦਿੱਤੀਆਂ। ਸਤਿਗੁਰ ਬੋਲ ਪਏ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬੋਲ ਸਨ, ਬਾਬਾ ਵਸਿਆ ਗ੍ਰਾਮ ਬਕਾਲੇ। ਮਹਾਰਾਜ ਕਹਿੰਦੇ ਮੱਖਣ ਸਾਹ 5 ਸੁੱਖ 500 ਸੁੱਖੇ 5 ਰੱਖਦਾ, ਅਜੇ ਤਾਂ ਮੋਢੇ ਦਾ ਜ਼ਖਮ ਵੀ ਨਹੀਂ ਸੁੱਕਿਆ। ਮਹਾਰਾਜ ਦੇ ਮੋਢੇ ਤੇ ਜ਼ਖਮ ਸੀ ਗੁਰੂ ਪਿਆਰਿਓ। ਕਿੱਡੇ ਕੁ ਮਹਾਰਾਜ ਸਿੱਖ ਨਾਲ ਪਿਆਰ ਕਰਦੇ ਆ। ਕਿਤੇ ਮਹਾਰਾਜ ਨੂੰ ਆਵਾਜ਼ ਮਾਰ ਕੇ ਤਾਂ ਦੇਖੋ, ਸਤਿਗੁਰ ਨੂੰ ਮਨ ਕਰਕੇ ਬੁਲਾ ਕੇ ਤਾਂ ਦੇਖੋ, ਮਹਾਰਾਜ ਨੇੜੇ ਹੋ ਕੇ ਸੁਣਦੇ ਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੱਖਣ ਸਾਹ ਆ ਦੇਖ, ਮਹਾਰਾਜ ਨੇ ਮੋਢਾ ਦਿਖਾਇਆ। ਸਤਿਗੁਰ ਕਹਿੰਦੇ ਪਹਿਲਾਂ ਆ ਦੇਖ, ਜੇ ਮੋਢੇ ਦਾ ਜ਼ਖਮ ਵੀ ਨਹੀਂ ਸੁੱਕਿਆ ਤੇ ਤੂੰ 500 ਸੁੱਖ ਕੇ 5 ਰੱਖਦਾ। ਬਸ ਇੰਨੀ ਗੱਲ ਕਹਿਣ ਦੀ ਲੋੜ ਸੀ ਗੁਰੂ ਪਿਆਰਿਓ। ਕਹਿੰਦੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਦਿੱਤਾ, 500 ਮੋਹਰਾਂ ਰੱਖ ਕੇ ਕੁਰਬਾਨ ਹੋ ਗਿਆ ਤੇ ਕੋਠੇ ਤੇ ਚੜ ਕੇ ਫਿਰ ਆਵਾਜ਼ ਦਿੱਤੀ ਹੈ ਆਪਣੀ ਬੋਲੀ ਵਿੱਚ, ਗੁਰਲਾਦੋ ਰੇ ਗੁਰਲਾਦੋ ਰੇ। ਸਤਿਗੁਰੂ ਕਹਿੰਦੇ ਅਸੰਖ ਜਿਹੜੇ ਗ੍ਰੰਥ ਨੇ ਸੰਸਾਰ ਵਿੱਚ ਮੰਨਣ ਯੋਗ ਨੇ, ਮਹਾਰਾਜ ਨੇ ਕਿਸੇ ਨੂੰ ਗੁਰੂ ਪਿਆਰਿਓ ਮੰਦ ਗੱਲਾਂ ਨਹੀਂ ਕੀਤੀਆਂ, ਕਿਸੇ ਨੂੰ ਮਾੜਾ ਨਹੀਂ ਕਿਹਾ।
ਮਹਾਰਾਜ ਕਹਿੰਦੇ ਸਾਰੇ ਸਤਿਕਾਰਯੋਗ ਨੇ, ਪਰ ਦੁਨੀਆ ਦਾ ਇੱਕੋ ਇੱਕ ਗ੍ਰੰਥ ਐਸਾ ਹੈ ਜਿਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ। ਜੇ ਕਿਤੇ ਮਹਾਰਾਜ ਕਹਿੰਦੇ ਜੇ ਅਸੀਂ ਇਹ ਕੁਝ ਨਾ ਕਰਦੇ ਨਾ ਤੇ ਆਉਣ ਵਾਲੇ ਸਮੇਂ ਵਿੱਚ ਐਸਾ ਹੋਵੇਗਾ 22 ਮੰਜੀਆਂ ਦੀਆਂ ਥਾਂ 22,000 ਮੰਜੀਆਂ ਲੱਗ ਜਾਣਗੀਆਂ। ਇਹ ਮਹਾਰਾਜ ਨੇ ਪਰਉਪਕਾਰ ਕੀਤਾ ਸਾਡੇ ਤੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ। ਅਸੰਖ ਗ੍ਰੰਥ ਬਹੁਤ ਜਿਹੜੇ ਨੇ ਸੰਸਾਰ ਦੇ ਗ੍ਰੰਥ ਨੇ, ਆਪੋ ਆਪਣੇ ਤਰੀਕਿਆਂ ਦੇ ਨਾਲ ਵੇਦਾਂ ਨੂੰ ਪੜ੍ਹ ਕਰਕੇ ਇਹ ਲੋਕ ਜਿਹੜੇ ਨੇ ਪੂਜਾ ਪਾਠ ਕਰ ਰਹੇ ਹਨ। ਸੰਖ ਜੋਗ ਮਨ ਰਹਿ ਉਦਾਸ, ਭੋਗ ਜਿਹੜੇ ਨੇ ਸਾਧੂ ਜਿਹੜੇ ਜੋਗੀ ਨੇ ਗੁਰੂ ਪਿਆਰਿਓ, ਬਹੁਤ ਜਿਹੜੇ ਸਿੱਧ ਨੇ ਸਾਧਕ ਨੇ, ਇਹ ਮੌਨ ਰੱਖ ਕਰਕੇ ਸੰਸਾਰ ਦੇ ਵਿੱਚ ਮਾਇਆ ਤੋਂ ਪਰਾਮ ਰਹਿ ਕਰਕੇ ਭਗਤੀ ਕਰ ਰਹੇ ਨੇ ਪਰਮੇਸ਼ਰ ਦੀ। ਸਤਿਗੁਰੂ ਕਹਿੰਦੇ ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਜਿਹੜੇ ਪਰਮਾਤਮਾ ਦੇ ਭਗਤ ਨੇ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਨ। ਆ ਪਿਛਲੇ ਦਿਨੀ ਭਗਤ ਰਵਿਦਾਸ ਜੀ ਦਾ ਮਨਾਇਆ। ਕਹਿੰਦੇ ਨੇ ਭਗਤ ਰਵਿਦਾਸ ਜੀ ਅੱਤ ਦੀ ਗਰੀਬੀ ਹੈ, ਪਰ ਮਨ ਵਿੱਚ ਕੋਈ ਇੱਛਾ ਨਹੀਂ, ਮਾਇਆ ਚਾਹੀਦੀ ਹੈ। ਪਰਮਾਤਮਾ ਵਾਹਿਗੁਰੂ ਮਨੁੱਖ ਦਾ ਰੂਪ ਧਾਰਨ ਕਰਕੇ ਭਗਤ ਰਵਿਦਾਸ ਦੇ ਕੋਲ ਆ ਗਏ। ਆ ਕੇ ਦੇਖਿਆ ਛੋਟੀ ਜੀ ਛੰਨ ਹੈ, ਕੋਈ ਹੋਰ ਜ਼ਿਆਦਾ ਪਦਾਰਥ ਨਹੀਂ, ਛੰਨ ਦੇ ਅੱਗੇ ਹੀ ਦੁਕਾਨ ਦਾ ਕੀਤਾ ਹੋਇਆ ਕਿ ਸਾਰਾ ਦਿਨ ਜੁੱਤੀਆਂ ਗੰਢਣੀਆਂ। ਪਿੱਛੇ ਇੱਕ ਕਮਰਾ ਬਣਿਆ ਹੋਇਆ ਤੇ ਜਾ ਕਰਕੇ ਭਗਤ ਜੀ ਨੂੰ ਕਿਹਾ ਇਹ ਮੈਂ ਤੁਹਾਨੂੰ ਪਾਰਸ ਦਿੰਦਾ। ਭਗਤ ਜੀ ਨੂੰ ਕਿਹਾ ਮੈਂ ਪਾਰਸ ਤੁਹਾਨੂੰ ਦਿੰਦਾ, ਜਿਸ ਨੂੰ ਵੀ ਛੁਆਓਗੇ ਉਹ ਸੋਨਾ ਬਣ ਜਾਏਗਾ ਔਰ ਤੁਸੀਂ ਵਧੀਆ ਮਹਿਲ ਬਣਾ ਸਕਦੇ ਹੋ, ਵਧੀਆ ਸੁੱਖ ਦਾ ਜੀਵਨ ਬਤੀਤ ਕਰ ਸਕਦੇ ਹੋ। ਕਿੱਥੇ ਰੱਖਾਂ? ਇਤਿਹਾਸ ਲਿਖਦਾ ਹੈ ਜਿੱਥੇ ਭਗਤ ਰਵਿਦਾਸ ਜੀ ਦੀ ਛੰਨ ਸੀ, ਸਾਹਮਣੇ ਇੱਕ ਦਰਖਤ ਸੀ ਬਹੁਤ ਵੱਡਾ। ਕਹਿੰਦੇ ਏਦਾਂ ਕਰੋ, ਦਰਖਤ ਦੇ ਉੱਤੇ ਲਮਕਾ ਦਿਓ, ਜਦੋਂ ਲੋੜ ਪੈਗੀ ਮੈਂ ਉੱਥੋਂ ਰੱਖ ਚੱਕ ਲਾਂਗਾ। ਬਹੁਤ ਲੰਮਾ ਸਮਾਂ ਬਤੀਤ ਹੋਇਆ। ਭਗਵਾਨ ਨੇ ਦੇਖਿਆ ਕਿ ਦੇਖ ਕੇ ਉਹਨਾਂ ਆਪਣੇ ਭਗਤ ਨੂੰ, ਜਿਹੜਾ ਰਾਤ ਦਿਨ ਮੇਰੇ ਨਾਲ ਜੁੜਿਆ ਰਹਿੰਦਾ, ਕਿੰਨਾ ਕੁ ਸੁੱਖ ਮਾਣਦਾ ਹੈ। ਕਹਿੰਦੇ ਉਹੀ ਛੰਨ ਹੈ, ਉਹੀ ਸਾਰੇ ਸੁੱਖ ਨੇ। ਹੈਰਾਨ ਹੋ ਗਏ। ਫਿਰ ਮਨੁੱਖ ਦਾ ਰੂਪ ਧਾਰਨ ਕੀਤਾ, ਫਿਰ ਆ ਗਏ ਘਰ ਵਿੱਚ। ਕਹਿੰਦੇ ਹਾਂ ਰਵਿਦਾਸ ਠੀਕ ਹੈ, ਕਹਿੰਦੇ ਬੜੀ ਕਿਰਪਾ ਹੈ। ਕਹਿੰਦੇ ਮੈਂ ਤੈਨੂੰ ਕੁਝ ਦਿੱਤਾ ਸੀ ਪਾਰਸ। ਕਹਿੰਦੇ ਮਹਾਰਾਜ ਜਿੱਥੇ ਦਿੱਤਾ ਸੀ, ਜਿੱਥੇ ਰੱਖਿਆ ਸੀ ਉੱਥੇ ਰੱਖਿਆ ਹੋਣਾ, ਮੈਂ ਕੀ ਕਰਨਾ ਇਸ ਮਾਇਆ ਦਾ। ਮਾਇਆ ਐਸੀ ਮੋਹਣੀ ਪਾਈ, ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਮਰ ਕਹਿੰਦੇ ਇਹ ਤੇ ਮਾਇਆ ਮੋਹਣੀ ਹੈ, ਜਿੱਥੇ ਤੁਸੀਂ ਰੱਖ ਕੇ ਗਏ ਹੋ ਲੱਭ ਲਓ ਉੱਥੇ ਹੀ ਹੋਣੀ ਹੈ। ਗੁਰੂ ਪਿਆਰਿਓ ਜਿਹੜੇ ਪਰਮੇਸ਼ਰ ਦੇ ਪਿਆਰੇ, ਅੱਜ ਦਾ ਬਚਨ ਹੈ। ਹਜੂਰ ਕਹਿੰਦੇ ਨੇ ਅਸੰਖ ਭਗਤ, ਪਰਮੇਸ਼ਰ ਦੇ ਭਗਤ ਜਿਹੜੇ ਨੇ ਪਰਮੇਸ਼ਰ ਦੀ ਵਿਚਾਰ ਕਰ ਰਹੇ ਨੇ। ਕਹਿੰਦੇ ਨੇ ਗੰਗਾ ਦਾ ਮੇਲਾ ਆਇਆ ਬਨਾਰਸ ਦੀ ਧਰਤੀ ਤੇ, ਬਹੁਤ ਜਿਹੜੇ ਨੇ ਇਕੱਠੇ ਹੋ ਕੇ ਸੰਗਤ ਜਿਹੜੀ ਹੈ ਉਹ ਗੰਗਾ ਤੇ ਨਹਾਉਣ ਵਾਸਤੇ ਆਈ ਤੇ ਉਹਨਾਂ ਦੇ ਵਿੱਚੋਂ ਇੱਕ ਮਨੁੱਖ ਦੇ ਚੱਪਲ ਟੁੱਟ ਗਿਆ। ਪੁੱਛਿਆ ਕਿ ਗੰਡਿਆ ਕਿੱਥੋਂ ਜਾਵੇਗਾ? ਕਹਿੰਦੇ ਗੰਗਾ ਦੇ ਕਿਨਾਰੇ ਤੇ ਥੋੜੀ ਦੂਰੀ ਤੇ ਇੱਕ ਰਵਿਦਾਸ ਚਮਿਆਰ ਨੇ, ਉਹ ਜੁੱਤੀਆਂ ਗੰਢਦੇ ਗੰਡਵਾਲੀ ਕੋਲ ਚਲੇ ਗਏ। ਭਗਤ ਜੀ ਨੇ ਪੁੱਛ ਲਿਆ ਕਿੱਥੋਂ ਆਏ ਹੋ? ਕਹਿੰਦੇ ਇੱਥੋਂ ਆਇਆ। ਕੀ ਕਰਨ ਆਏ ਹੋ? ਕਹਿੰਦੇ ਗੰਗਾ ਤੇ ਨਹਾਉਣ ਆਇਆ। ਬੜਾ ਵੱਡਾ ਮਹੱਤਵ ਹੈ ਨਾ ਗੰਗਾ ਦੀ ਇਸ਼ਨਾਨ ਕਰਨ ਦਾ। ਕਹਿੰਦੇ ਫਿਰ ਨਹਾਉਣ ਚੱਲੇ ਹੋ? ਕਹਿੰਦੇ ਹਾਂ ਨਹਾਉਣ ਚੱਲੇ ਹੋ। ਕਹਿੰਦੇ ਇੱਕ ਕੰਮ ਕਰੋਗੇ? ਕਹਿੰਦੇ ਹਾਂ। ਕਹਿੰਦੇ ਇਹ ਕਸ਼ੀਰਾ ਹੈ, ਪੱਛਮ ਦੇ ਦੇਸ਼ ਵੱਲ ਗੁਰੂ ਪਿਆਰਿਓ ਇੱਕ ਧਾਗਾ ਹੁੰਦਾ ਹੈ, ਉਸ ਧਾਗੇ ਵਿੱਚ 25 ਕੌਡੀਆਂ ਜਿਹੜੀਆਂ ਨੂੰ ਪਰੋਈ ਜਾਂਦੀਆਂ, ਉਹਨੂੰ ਕਸ਼ੀਰਾ ਕਹਿੰਦੇ ਆ। ਕਹਿੰਦੇ ਉਹ ਕਸ਼ੀਰਾ ਭਗਤ ਰਵਿਦਾਸ ਜੀ ਨੇ ਦੇ ਦਿੱਤਾ ਉਸ ਮਨੁੱਖ ਨੂੰ। ਕਹਿੰਦੇ ਜਦੋਂ ਨਹਾਓਗੇ, ਨਹਾਉਣ ਤੋਂ ਬਾਅਦ ਇਹ ਗੰਗਾ ਨੂੰ ਅਰਪਣ ਕਰ ਦਿਓ, ਪਰ ਸ਼ਰਤ ਇਹ ਹੈ ਜੇ ਗੰਗਾ ਖੁਦ ਹੱਥ ਕੱਢ ਕੇ ਮੰਗੇ ਫਿਰ ਦਿਓ, ਉਹ ਉਦਾਂ ਨਾ ਦਿਓ। ਕਹਿੰਦੇ ਨੇ ਇਸ ਮਨੁੱਖ ਨੇ ਇਸ਼ਨਾਨ ਕਰ ਲਿਆ। ਫਿਰ ਮਨ ਵਿੱਚ ਆਈ ਕਿ ਮੈਂ ਤੇ ਪੈਸੇ ਦਾਨ ਕੀਤੇ ਗੰਗਾ ਨੂੰ, ਇਹ ਕੌਡੀਆਂ ਗੰਗਾ ਕੀ ਲਏਗੀ? ਪਰ ਫਿਰ ਮਨ ਵਿੱਚ ਆਇਆ ਕੱਲ ਚੱਲ ਭਗਤ ਰਵਿਦਾਸ ਨੇ ਕਿਹਾ ਦੇ ਦਿੰਦਾ। ਆਵਾਜ਼ ਮਾਰੀ, ਹੇ ਗੰਗਾ ਮਾਂ ਤੇਰੇ ਭਗਤ ਨੇ ਇਹ ਕਸ਼ੀਰਾ ਭੇਜਿਆ। ਕਹਿੰਦੇ ਉਸੇ ਸਮੇਂ ਗੰਗਾ ਮਾਂ ਨੇ ਗੁਰੂ ਪਿਆਰਿਓ ਇੱਕ ਹੱਥ ਕੱਢਿਆ ਤੇ ਬਚਨ ਕੀਤਾ, ਲਾ ਮੇਰੇ ਭਗਤ ਦਾ ਇਹ ਦਾਮ, ਮੈਨੂੰ ਜਿਹੜੀ ਦਸ਼ਨਾ ਦਿੱਤੀ ਹੈ ਦੇ। ਲੈ ਲਈ ਗੁਰੂ ਪਿਆਰਿਓ। ਉਹ ਹੈਰਾਨ ਹੋ ਗਿਆ। ਫਿਰ ਜਦੋਂ ਵਾਪਸ ਮੁੜਨ ਲੱਗਾ, ਕਹਿੰਦੇ ਇਹ ਮੈਂ ਕੰਗਣ ਦੇਣ ਲੱਗੀ ਆ ਤੇ ਇਹ ਕੰਗਣ ਤੂੰ ਮੇਰੇ ਭਗਤ ਨੂੰ ਦੇ ਦੀ।
ਕਹਿੰਦੇ ਨੇ ਕੰਗਣ ਤੇ ਲੈ ਲਿਆ, ਪਰ ਜਿੱਥੋਂ ਤੱਕ ਭਗਤ ਰਵਿਦਾਸ ਜੀ ਛੰਨ ਸੀ 3 ਕੁ ਵਾਰੀ ਰਸਤੇ ਵਿੱਚ ਰੁਕਿਆ। ਉਹ ਦੇਖ ਕੇ ਹੈਰਾਨ ਹੋ ਗਿਆ, ਏਡਾ ਮਹਿੰਗਾ ਕੰਗਣ ਕਦੇ ਦੇਖਿਆ ਨਹੀਂ ਸੀ, ਹੀਰੇ ਜਵਾਹਰਾਤ ਜੜਿਆ ਹੋਇਆ ਕੰਗਣ। 3 ਕੁ ਵਾਰੀ ਮਨ ਵਿੱਚ ਵਿਚਾਰ ਆਈ, ਘਰ ਲੈ ਚਲਦੇ ਆ, ਭਗਤ ਜੀ ਨੂੰ ਕਿਹੜਾ ਪਤਾ ਲੱਗਣਾ। ਘਰ ਲੈ ਆਏ ਗੁਰੂ ਪਿਆਰਿਓ, ਬੜਾ ਲੰਮਾ ਸਮਾਂ ਰੱਖ ਛੱਡਿਆ। ਇੱਕ ਦਿਨ ਮਨ ਵਿੱਚ ਆਈ ਕਿ ਇਸ ਨੂੰ ਵੇਚ ਕੇ ਨਾ ਕੁਝ ਘਰ ਦਾ ਸਮਾਨ ਲੈ ਆਂਦੇ, ਬੜਾ ਮਹਿੰਗਾ ਵਿਕੇਗਾ। ਜੋਰੀ ਕੋਲ ਚਲੇ ਗਿਆ। ਜੋਰੀ ਨੇ ਦੇਖਿਆ ਮਨੁੱਖ ਤੇ ਬੜਾ ਗਰੀਬ ਹੈ, ਪਰ ਏਡੀ ਮਹਿੰਗੀ ਚੀਜ਼ ਇਹਦੇ ਕੋਲ ਕਿਵੇਂ ਆ ਗਈ। ਉਹਨੂੰ ਗੱਲਾਂ ਵਿੱਚ ਉਲਝਾ ਲਿਆ ਤੇ ਜਾ ਕੇ ਕੋਤਵਾਲ ਕੋਲ ਖਬਰ ਕਰ ਦਿੱਤੀ। ਕੋਤਵਾਲ ਆ ਗਿਆ, ਫੜ ਕੇ ਲੈ ਗਿਆ। ਰਾਜੇ ਕੋਲ ਖਬਰ ਪਹੁੰਚੀ। ਰਾਜਾ ਹੈਰਾਨ ਹੋ ਗਿਆ, ਏਡਾ ਮਹਿੰਗਾ ਕੰਗਣ, ਤੇ ਪਰ ਉਹ ਮਨੁੱਖ ਕਹਿੰਦਾ ਮੈਨੂੰ ਭਗਤ ਰਵਿਦਾਸ ਨੇ ਦਿੱਤਾ ਹੈ। ਉਹ ਸੱਚ ਬੋਲਦਾ ਹੈ। ਪਰ ਜਿਹੜਾ ਭਗਤ ਪਰਮੇਸ਼ਰ ਦਾ ਪਿਆਰਾ ਹੋਇਆ ਕਰਦਾ ਗੁਰੂ ਪਿਆਰੇ, ਉਹਦੇ ਮਨ ਵਿੱਚ ਸਦਾ ਹੀ ਦਿਆਲਤਾ ਹੁੰਦੀ ਹੈ। ਰਾਜੇ ਨੇ ਕਿਹਾ ਜੇ ਭਗਤ ਰਵਿਦਾਸ ਨੂੰ ਬੁਲਾਇਆ ਤੇ ਚੰਗਾ ਨਹੀਂ, ਏਦਾਂ ਕਰਦਾ ਮੈਂ ਹੀ ਭਗਤ ਰਵਿਦਾਸ ਜੀ ਕੋਲ ਚੱਲਦਾ। ਸਾਰੇ ਕਹਿੰਦੇ ਹਲਕਾਰ ਆ ਗਏ। ਰਾਜਾ ਆ ਗਿਆ, ਉਹ ਮਨੁੱਖ ਨੂੰ ਕੈਦ ਕੀਤਾ, ਉਹ ਵੀ ਕੋਲ ਬੁਲਾ ਲਿਆ। ਕਹਿੰਦੇ ਨੇ ਭਗਤ ਜੀ ਇਹ ਕੰਗਣ ਤੁਹਾਡਾ ਹੈ। ਭਗਤ ਜੀ ਦੇਖ ਗਏ, ਅੰਤਰਜਾਮੀ ਸਨ। ਕਹਿੰਦੇ ਮਨੁੱਖ ਲਾਲਚ ਵਸ ਆ ਕੇ ਗੰਗਾ ਦਾ ਦਿੱਤਾ ਹੋਇਆ ਕੰਗਣ ਘਰ ਲੈ ਗਿਆ, ਤੇ ਜੇ ਮੈਂ ਹੁਣ ਮਨਾ ਕਰ ਦਿੱਤਾ ਇਹਨੂੰ ਫਾਂਸੀ ਹੋ ਜਾਏਗੀ, ਬੇਮੌਤ ਮਰ ਜਾਏਗਾ। ਕਹਿੰਦੇ ਜਿਸ ਦੁਕਾਨ ਤੇ ਭਗਤ ਜੀ ਕੰਮ ਕਰਦੇ ਸੀ, ਜਿੱਥੇ ਸਿਲ ਰੱਖੀ ਸੀ ਗੁਰੂ ਪਿਆਰਿਓ, ਕਹਿੰਦੇ ਸਿਲ ਦੇ ਨੀਚੇ ਇੱਕ ਮੋਹਰਾ ਸੀ। ਉਸ ਮੋਹਰੇ ਨੂੰ ਜਦੋਂ ਸਿਲ ਚੁੱਕੀ ਤੇ ਮੋਹਰਾ ਦੇਖਿਆ, ਕਹਿੰਦੇ ਉਸ ਮੋਹਰੇ ਦੇ ਨੀਚੇ ਗੰਗਾ ਵਗਦੀ ਹੈ। ਆਖੋ ਸਤਨਾਮ। ਗੰਗਾ ਵਗਦੀ ਹੈ, ਤੇ ਗੰਗਾ ਜਿਹੜੀ ਵਗਦੀ ਹੈ, ਕਹਿੰਦੇ ਗੰਗਾ ਵਿੱਚ ਹਜ਼ਾਰਾਂ ਕੰਗਣ ਉਸ ਤਰ੍ਹਾਂ ਦੇ ਰੁੜੇ ਹੋਏ ਜਾਂਦੇ ਆ। ਰਾਜੇ ਨੂੰ ਕਿਹਾ, ਰਾਜਨ ਨੇੜੇ ਆ। ਰਾਜਾ ਨੇੜੇ ਆਇਆ। ਕਹਿੰਦੇ ਝਾਤੀ ਮਾਰ ਕੇ ਦੇਖ ਇਹ ਕੀ ਹੈ। ਕਹਿੰਦੇ ਮਹਾਰਾਜ ਇਹ ਤੇ ਗੰਗਾ ਵਗਦੀ ਹੈ। ਕਹਿੰਦੇ ਹੋਰ ਕੁਝ ਦੇਖਿਆ। ਕਹਿੰਦੇ ਮਹਾਰਾਜ ਕੰਗਣ ਵਗਦੇ ਆ। ਕਹਿੰਦੇ ਅੱਛਾ। ਇੱਕ ਕੰਗਣ ਭਗਤ ਰਵਿਦਾਸ ਜੀ ਨੇ ਕੱਢਿਆ, ਤੇ ਕੱਢ ਕਰਕੇ ਕਹਿੰਦੇ ਦੇਖ ਇਦਾਂ ਦਾ ਹੀ ਕੰਗਣ ਹੈ। ਕਹਿੰਦੇ ਹਾਂ ਮਹਾਰਾਜ ਇਦਾਂ ਦਾ ਹੀ ਕੰਗਣ ਹੈ। ਪਰ ਦੇਖੋ ਦਿਆਲਤਾ ਪਰਮੇਸ਼ਰ ਦੇ ਪਿਆਰਿਆਂ ਦੀ। ਕਹਿੰਦੇ ਉਹ ਕੰਗਣ ਭਗਤ ਜੀ ਕਹਿੰਦੇ ਰਾਜਨ ਇਹ ਕੰਗਣ ਵੀ ਇਸ ਮਨੁੱਖ ਨੂੰ ਹੀ ਦੇ ਦਿਓ, ਦੋਨੇ ਇਹਨੂੰ ਦੇ ਦਿਓ। ਇਹਦੀ ਅੱਤ ਦੀ ਗਰੀਬੀ ਜਿਹੜੀ ਹੈ ਖਤਮ ਹੋ ਜਾਏਗੀ। ਸੋ ਗੁਰੂ ਪਿਆਰਿਓ ਐਸੀ ਕਿਰਪਾ ਕੀਤੀ ਭਗਤ ਰਵਿਦਾਸ ਜੀ ਨੇ, ਅੱਤ ਦੀ ਗਰੀਬੀ ਵੀ ਦੂਰ ਕਰ ਦਿੱਤੀ, ਤੇ ਸਾਰੇ ਸੰਸਾਰ ਨੂੰ ਦੱਸਿਆ ਕਿ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਵੱਡਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਮੇਰੇ ਸਿੱਖ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸੰਖ ਸਤੀ ਅਸੰਖ ਦਾਤਾਰ। ਸਤੀ ਹੋਏ ਨੇ ਬੜੇ, ਮਹਾਰਾਜ ਕਹਿੰਦੇ ਇੱਕ ਸਤੀ ਨਹੀਂ, ਜਿਵੇਂ 4 ਸਤੀ ਲੋਕ ਕਹਿੰਦੇ ਆ, ਕੋਈ ਜਤੀ 4 ਜਤੀ ਕਹਿੰਦੇ ਆ। ਮਹਾਰਾਜ ਕਹਿੰਦੇ ਜਿਹੜਾ ਅਨੇਕਾਂ ਜਿਹੜੀਆਂ ਸਤੀਆਂ ਹੋਈਆਂ ਹਨ, ਅਨੇਕਾਂ ਦਾਨੀ ਹੋਏ ਨੇ ਜਿਹੜੇ ਦਾਨ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੈਦੇਵ ਦੀ ਘਰਵਾਲੀ ਦਾ ਨਾਮ ਹੋਇਆ ਪਦਮਾਵਤੀ, ਤੇ ਭਗਤ ਪੀਪਾ ਜੀ ਰਾਜੇ ਹੋਏ ਸਨ, ਤੇ ਉਹਨਾਂ ਦੀ ਪਤਨੀ ਦਾ ਨਾਮ ਸੀ ਸੀਤਾ। ਕਹਿੰਦੇ ਸੀਤਾ ਨੇ ਬਚਨ ਕੀਤਾ ਪਦਮਾਵਤੀ ਨੂੰ ਕਿ ਮੇਰੇ ਭਰਾ ਸਾਰੇ ਜੰਗ ਵਿੱਚ ਮਰ ਗਏ ਸਾਰੇ ਮੇਰੇ ਭਰਾ, ਪਰ ਮੇਰੀਆਂ ਭਾਬੀਆਂ ਨੇ ਜਦੋਂ ਪਤਾ ਲੱਗਾ ਕਿ ਮੇਰੇ ਭਰਾ ਜੰਗ ਵਿੱਚ ਸ਼ਹੀਦ ਹੋ ਗਏ, ਖਤਮ ਹੋ ਗਏ, ਕਹਿੰਦੇ ਮੇਰੀਆਂ ਭਾਬੀਆਂ ਨੇ ਅੱਗ ਵਿੱਚ ਸੜ ਕਰਕੇ ਸਤੀ ਹੋ ਗਈਆਂ। ਅੱਗ ਵਿੱਚ ਸੜ ਕੇ ਸੀਤਾ ਕਹਿੰਦੀ ਹੈ ਜਿਹੜੀ ਪੀਪਾ ਜੀ ਦੀ ਘਰਵਾਲੀ ਸੀ ਉਹ ਪਦਮਾਵਤੀ ਦੇ ਘਰ ਵਾਲੇ ਦਾ ਨਾਮ ਸੀ ਭਗਤ ਜੈਦੇਵ। ਕਹਿੰਦੇ ਪਦਮਾਵਤੀ ਜਦੋਂ ਜੰਗ ਹੋਈ ਤੇ ਮੇਰੇ ਸਾਰੇ ਭਰਾ ਜਿਹੜੇ ਨੇ ਜੰਗ ਵਿੱਚ ਮਾਰੇ ਗਏ, ਪਰ ਮੇਰੀਆਂ ਭਾਬੀਆਂ ਨੇ ਜਦੋਂ ਪਤਾ ਲੱਗਾ ਨਾ ਕਿ ਭਰਾ ਘਰ ਵਾਲੇ ਚੜਾਈ ਕਰ ਗਏ, ਕਹਿੰਦੇ ਉਸੇ ਸਮੇਂ ਜਾ ਕੇ ਅੱਗ ਵਿੱਚ ਸੜ ਕੇ ਸਤੀ ਹੋ ਗਈਆਂ। ਪਰ ਗੁਰੂ ਪਿਆਰਿਓ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ ਗੁਰੂ ਪਿਆਰਿਆਂ ਦੀ ਪਰਮੇਸ਼ਰ ਦੀ, ਕਹਿੰਦੇ ਉਸ ਸਮੇਂ ਪਦਮਾਵਤੀ ਕਹਿੰਦੇ ਇਹਨੂੰ ਜਤੀ ਨਹੀਂ ਕਹਿੰਦੇ, ਇਹਨੂੰ ਸਤੀ ਨਹੀਂ ਕਹਿ ਸਕਦੇ। ਸਤੀ ਕਿਹਨੂੰ ਕਹਿੰਦੇ ਆ ਕਿ ਜਿਸ ਪਤੀ ਦੇ ਬਾਰੇ ਪਤਾ ਲੱਗ ਜੇ ਕਿ ਮੇਰਾ ਪਤੀ ਚੜਾਈ ਕਰ ਗਿਆ, ਕਹਿੰਦੇ ਸੁਣਦਿਆਂ ਸਾਰੀ ਪਰਲੋਕ ਪਿਆਨਾ ਕਰ ਜੇ। ਉਹ ਵਿਰਾਗ ਵਿੱਚ ਪ੍ਰੇਮ ਵਿੱਚ ਉਹਨੂੰ ਅੱਗ ਵਿੱਚ ਸੜਨ ਦੀ ਲੋੜ ਨਾ ਪਵੇ, ਉਹਨੂੰ ਆਤਮ ਹੱਤਿਆ ਕਰਨ ਦੀ ਲੋੜ ਨਾ ਪਵੇ, ਉਹਨੂੰ ਸਤੀ ਕਹਿੰਦੇ ਆ। ਤੂੰ ਕਿੰਨਾ ਦੀ ਗੱਲ ਕਰਦੀ ਆ, ਭਰਾ ਖਤਮ ਹੋ ਗਿਆ ਤੇ ਭਾਬੀਆਂ ਜਾ ਕੇ ਅੱਗ ਵਿੱਚ ਸੜ ਗਈਆਂ, ਉਹਨਾਂ ਨੂੰ ਸਤੀ ਕਹਿੰਦੇ। ਕਹਿੰਦੇ ਮੈਂ ਨਹੀਂ ਮੰਨਦੀ, ਇਹ ਸਤੀ ਨਹੀਂ। ਸੀਤਾ ਕਹਿੰਦੀ ਹੋਰ ਸਤੀ ਕਿੱਦਾਂ ਦੇ ਹੁੰਦੇ ਆ ਪਦਮਾਵਤੀ ਤੂੰ ਦੱਸ।
ਕਹਿੰਦੇ ਸਤੀ ਉਹ ਹੁੰਦੀਆਂ ਨੇ ਕਿ ਬਸ ਇੱਕ ਵਾਰੀ ਸੁਣ ਲੈਣ ਪਤੀ ਚੜ੍ਹਾਈ ਕਰ ਗਿਆ, ਕਹਿੰਦੇ ਉਸੇ ਸਮੇਂ ਉੱਥੇ ਬੈਠੀਆਂ ਹੀ ਸਵਾਸ ਤਿਆਗ ਦੇਣ, ਉਹਨਾਂ ਨੂੰ ਬਾਣੀ ਕਹਿੰਦੀ ਉਹ ਸਤੀਆਂ ਨੇ। ਹੁਣ ਸੀਤਾ ਨੇ ਮਨ ਵਿੱਚ ਗੱਲ ਜਿਹੜੀ ਹੈ ਉਹ ਬਿਠਾ ਲਈ। ਹੁਣ ਸੀਤਾ ਕੁਝ ਸਮਾਂ ਬਤੀਤ ਹੋਇਆ ਤੇ ਇਕੱਠੀਆਂ ਹੀ ਰਹਿੰਦੀਆਂ ਸਨ। ਇਹ ਰਾਜੇ ਦੀ ਘਰਵਾਲੀ ਸੀ, ਇਹ ਨੇੜੇ ਰਹਿੰਦੀ ਸੀ। ਇੱਕ ਦਿਨ ਕੀ ਹੋਇਆ ਗੁਰੂ ਪਿਆਰਿਓ, ਸੀਤਾ ਨੇ ਇਹ ਚਲਾਕੀ ਕੀਤੀ ਕਿ ਸੀਤਾ ਨੇ ਆਪਣੇ ਘਰ ਵਾਲੇ ਪੀਪੇ ਨੂੰ ਕਿਹਾ ਕਿ ਤੁਸੀਂ ਏਦਾਂ ਕਰੋ, ਜੰਗਲ ਵਿੱਚ ਜਾਓ, ਜੰਗਲ ਵਿੱਚ ਜਾ ਕੇ ਕਹਿੰਦੇ ਨੇ ਇੱਕ ਕੱਪੜੇ ਲੈ ਜਾਓ, ਜੈਦੇਵ ਦੇ ਕੱਪੜੇ ਲੈ ਜਾਓ ਤੇ ਕਿਸੇ ਹਿਰਨ ਨੂੰ ਮਾਰ ਕੇ ਉਹ ਕੱਪੜੇ ਲੋਹ ਵਿੱਚ ਡੁਬੋ ਕੇ ਘਰ ਲਿਆਓ, ਫਿਰ ਜਾ ਕੇ ਪਦਮਾਵਤੀ ਨੂੰ ਦੱਸਾਂਗੇ ਕਿ ਤੇਰਾ ਘਰ ਵਾਲਾ ਚੜ੍ਹਾਈ ਕਰ ਗਿਆ, ਫਿਰ ਦੇਖਦੇ ਆ ਮਰਦੀ ਕਿ ਨਹੀਂ ਮਰਦੀ। ਇਸ ਤਰ੍ਹਾਂ ਹੀ ਕੀਤਾ ਗੁਰੂ ਪਿਆਰਿਓ। ਪੀਪਾ ਜੀ ਕਹਿੰਦੇ ਜੰਗਲ ਵਿੱਚ ਗਏ, ਉੱਥੇ ਹਿਰਨ ਦਾ ਸ਼ਿਕਾਰ ਕੀਤਾ ਤੇ ਜਿਹੜੇ ਕੱਪੜੇ ਸੀ ਕਹਿੰਦੇ ਨੇ ਉਹ ਕੱਪੜੇ ਹਿਰਨ ਦੇ ਲੋਹ ਵਿੱਚ ਡੁਬੋ ਕਰਕੇ ਘਰ ਲਿਆਂਦੇ। ਜਦੋਂ ਘਰ ਲਿਆਂਦੇ ਨਾ ਗੁਰੂ ਪਿਆਰਿਓ, ਤੇ ਘਰ ਲਿਆਂਦਿਆਂ ਸਾਰ ਜਦੋਂ ਪਦਮਾਵਤੀ ਨੂੰ ਕਿਹਾ ਕਿ ਪਦਮਾਵਤੀ ਤੇਰੇ ਘਰ ਵਾਲੇ ਨੂੰ ਜੰਗਲ ਵਿੱਚ ਜਾਨਵਰ ਨੇ ਖਾ ਲਿਆ, ਆ ਤੇਰੇ ਪਤੀ ਦੇ ਕੱਪੜੇ ਆ, ਕਹਿੰਦੇ ਸੁਣਦਿਆਂ ਸਾਰ ਪਦਮਾਵਤੀ ਉੱਥੇ ਬੈਠਦੇ ਆ ਸਾਰੀ ਪਰਲੋਕ ਪਿਆਨਾ ਕਰਕੇ ਚੜ੍ਹਾਈ ਕਰ ਗਏ। ਬਾਣੀ ਦਾ ਵੀ ਜ਼ਿਕਰ ਹੈ, ਜਦੋਂ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੂੰ ਪੜ੍ਹਦੇ ਆ ਸ਼ਲੋਕ ਮਹੱਲਾ ਤੀਜਾ, ਮੈਂ ਬਾਣੀ ਦਾ ਆਪ ਜੀ ਨੂੰ ਨਾਲ ਨਾਲ ਬਚਨ ਕਰਾਂਗਾ। ਸਤਿਗੁਰ ਕਹਿੰਦੇ ਸਤਿਆ ਇਹ ਨਾ ਆਖੀਐਨ, ਆ ਜਿਹੜਾ ਮੈਂ ਬਚਨ ਕੀਤਾ ਕੇਵਲ ਬਾਣੀ ਦੇ ਆਧਾਰ ਤੇ ਕੀਤਾ। ਸਤਿਗੁਰ ਕਹਿੰਦੇ ਗੁਰੂ ਅਮਰਦਾਸ ਪਿਤਾ ਕਹਿੰਦੇ ਸਤਿਆ ਇਹ ਨਾ ਆਖੀਐਨ ਜੋ ਮੜਿਆ ਲੱਗ ਜਲਨ, ਕਿ ਜਿਹੜੇ ਜਾ ਕਰਕੇ ਅੱਗ ਵਿੱਚ ਸੜਨਾ ਪਵੇ ਉਹਨੂੰ ਸਤੀ ਨਹੀਂ ਕਹਿ ਸਕਦੇ। ਗੁਰੂ ਅਮਰਦਾਸ ਪਿਤਾ ਸਤੀ ਕੌਣ ਹੈ? ਮਹਾਰਾਜ ਕਹਿੰਦੇ ਨਾਨਕ ਸਤਿਆ ਜਾਣੀਐਨ ਜੇ ਬਿਰਹੇ ਚੋਟ ਮਰਨ। ਇਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੈ, 322 ਅੰਗ ਤੇ ਸੁਸ਼ੋਭਿਤ ਹੈ। ਮਹਾਰਾਜ ਕਹਿੰਦੇ ਜਿਹੜੇ ਬਿਰਹੇ ਦੀ ਚੋਟ ਵਿੱਚ ਪਤੀ ਦਾ ਪਤਾ ਲੱਗ ਜੇ ਪਤੀ ਚੜ੍ਹਾਈ ਕਰ ਗਿਆ, ਬਸ ਸੁਣਦੇ ਆ ਸਾਰ ਫਿਰ ਉਹ ਆਪ ਚੜ੍ਹਾਈ ਕਰ ਜੇ, ਉਹਨੂੰ ਸਤੀ ਕਹਿੰਦੇ ਆ। ਗੁਰੂ ਪਿਆਰਿਓ ਕਹਿੰਦੇ ਨੇ ਪਤੀ ਦੇ ਵਿਜੋਗ ਵਿੱਚ ਜਿਹੜੀ ਪਤਨੀ ਚੜ੍ਹਾਈ ਕਰ ਜੇ ਉਹਨੂੰ ਸਤੀ ਕਿਹਾ ਜਾਂਦਾ। ਗੁਰੂ ਅਮਰਦਾਸ ਪਿਤਾ ਕਹਿੰਦੇ ਉਹ ਸਤੀ ਹੈ। ਕਹਿੰਦੇ ਨੇ ਗੁਰੂ ਪਿਆਰਿਓ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਜਦੋਂ ਇਹ ਚੜ੍ਹਾਈ ਕਰ ਗਈ ਤੇ ਚੜ੍ਹਾਈ ਕਰਨ ਤੋਂ ਬਾਅਦ ਕਹਿੰਦੇ ਨੇ ਗਿਆਨਦੇਵ ਭਗਤ ਹੋਏ ਨੇ, ਜੈਦੇਵ ਘਰ ਆਏ। ਹੁਣ ਜੈਦੇਵ ਤਾਂ ਜਿਉਂਦੇ ਸੀ, ਜਦੋਂ ਘਰ ਆਏ ਤੇ ਕੀ ਦੇਖਿਆ ਪਦਮਾਵਤੀ ਚੜ੍ਹਾਈ ਕਰ ਗਈ ਮੇਰੇ ਪਿਆਰ ਵਿੱਚ, ਵਿਰਾਗ ਵਿੱਚ, ਬਿਰਹੇ ਦੇ ਵਿੱਚ। ਉਹ ਦੇਖਦੇ ਚੜ੍ਹਾਈ ਕਰ ਗਈ ਤੇ ਚੜ੍ਹਾਈ ਕਰਨ ਦੀ ਜੋ ਰਸਮ ਸੀ ਉਹਨੂੰ ਲੈ ਕੇ ਜਾਣ ਲੱਗੇ ਤੇ ਤਵਾਰੀਖ ਵਿੱਚ ਆਉਂਦਾ ਕਹਿੰਦੇ ਗਿਆਨਦੇਵ ਭਗਤ ਹੋਏ ਨੇ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪਰ ਪਹੁੰਚੇ ਹੋਏ ਸਨ। ਉਹਨਾਂ ਨੇ ਦੇਖਿਆ ਕਿ ਇਹ ਤੇ ਚੜ੍ਹਾਈ ਕਰ ਗਈ ਤੇ ਮਾੜਾ ਕੀਤਾ ਇਹਨਾਂ ਨੇ, ਆਪਣੀ ਭਗਤੀ ਦੇ ਨਾਲ ਕਹਿੰਦੇ ਨੇ ਉਸ ਨੂੰ ਮੁੜ ਸੁਰਜੀਤ ਕਰ ਦਿੱਤਾ। ਜਿਵੇਂ ਜਨਕ ਰਾਜੇ ਨੇ ਸਾਰਾ ਜਿਹੜਾ ਨਰਕ ਸੀ ਖਾਲੀ ਕਰਵਾ ਦਿੱਤਾ। ਇਹ ਨਾਮ ਦੀ ਵਡਿਆਈ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਉਹ ਸਤੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਮੁਖਵਾਕ ਵਿੱਚ ਪੌੜੀ ਵਿੱਚ ਅਸੰਖ ਸਤੀ, ਬਹੁਤ ਧਰਮ ਕਹਿੰਦੇ ਨੇ 4 ਪ੍ਰਕਾਰ ਦੀਆਂ ਸਤੀਆਂ ਨੇ, 4 ਪ੍ਰਕਾਰ ਦੇ ਜਤੀ ਨੇ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਅਸੰਖ ਸਤੀ ਅਸੰਖ ਦਾਤਾਰ। ਅਸੰਖ ਜਿਹੜੇ ਨੇ ਉਹ ਦਾਤਾਂ ਦੇ ਰਹੇ ਨੇ, ਸੰਸਾਰ ਨੂੰ ਦਾਨ ਵੰਡ ਰਹੇ ਹਨ। ਅਸੰਖ ਸੂਰਮੋ ਭਗਸਾਰ, ਅਸੰਖ ਪ੍ਰਮਾਤਮਾ ਦੀ ਰਚਨਾ ਵਿੱਚ ਸੂਰਮੇ ਹਨ, ਜਿਹੜੇ ਗੁਰੂ ਪਿਆਰਿਓ ਆਪਣੇ ਮੂੰਹਾਂ ਉੱਤੇ ਸ਼ਾਸਤਰਾਂ ਦਾ ਵਾਰ ਸਹਿ ਰਹੇ ਹਨ। ਐਸੇ ਗੁਰੂ ਕੇ ਪਿਆਰੇ ਹਜੂਰ ਕਹਿੰਦੇ ਅਸੰਖ ਮੋਨ ਲਿਵ ਲਾਏ ਤਾਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੋਹ ਵੀ ਗੁਰੂ ਪਿਆਰਿਓ ਹਰ ਇੱਕ ਕੋਲ ਸਹਿ ਨਹੀਂ ਹੁੰਦਾ। ਜਦੋਂ ਰਾਮਚੰਦਰ ਜੀ ਨੂੰ ਬਨਵਾਸ ਹੋਇਆ, ਕਹਿੰਦੇ ਦਸ਼ਰਥ ਜੀ ਮਹਿਲ ਉੱਤੇ ਖੜੇ ਹੋ ਗਏ। ਕਹਿੰਦੇ ਜਦ ਜਿੰਨਾ ਚਿਰ ਰਾਮਚੰਦਰ ਜੀ ਦੇਖਦੇ ਰਹੇ, ਜਦੋਂ ਰਾਮਚੰਦਰ ਜੀ ਦਿਖਣੋਂ ਹਟ ਗਏ ਨਾ, ਕਹਿੰਦੇ ਦਸ਼ਰਥ ਜੀ ਨੇ ਮਹਿਲ ਤੋਂ ਛਾਲ ਮਾਰ ਕੇ ਆਪਾ ਭਾਵ ਤਿਆਗ ਦਿੱਤਾ। ਇਹ ਮੋਹ ਜਿਹੜਾ ਨਾ ਗੁਰੂ ਪਿਆਰੇ, ਇਹ 5 ਵਿਸ਼ੇ ਵਿਕਾਰ ਬੜੇ ਹੈਵੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਭਾਈ ਇਸ ਤਰੀਕੇ ਦੇ ਨਾਲ। ਇਬਰਾਹਿਮ ਜਿਹੜਾ ਬਹੁਤ ਵੱਡਾ ਆਪਣੇ ਆਪ 'ਚ ਰਾਜਾ ਹੋਇਆ, ਕਹਿੰਦੇ ਨੇ ਪ੍ਰਮਾਤਮਾ ਨੇ ਕਿਹਾ ਇਬਰਾਹਿਮ ਤੇਰਾ ਇੱਕੋ ਇੱਕ ਪੁੱਤਰ ਹੈ, ਤਾਂ ਇੱਕੋ ਇੱਕ ਪੁੱਤਰ ਨੂੰ ਤੂੰ ਭਾਵ ਸਾਨੂੰ ਦੇ ਦੇ, ਭਾਵ ਇਹਨੂੰ ਇਹਦੀ ਕੁਰਬਾਨੀ ਦੇ ਦੇ, ਇਹਨੂੰ ਤੂੰ ਭਾਵ ਜਿਵੇਂ ਮੁਸਲਮਾਨ ਲੋਕ ਕਰਦੇ ਆ।
ਕਹਿੰਦੇ ਪਹਿਲਾਂ ਤੇ ਮੰਨ ਗਿਆ ਹਾਂ ਮਹਾਰਾਜ ਕਰਦਾ ਹੈ, ਪਰਿਵਾਰ ਵਿੱਚ ਸਾਧ ਸੰਗਤ ਬਾਅਦ ਵਿੱਚ ਮੋਹ ਵਿੱਚ ਆ ਗਿਆ। ਕਹਿੰਦੇ ਨੇ ਇਹਨੇ ਬੱਕਰੀ ਦਾ ਇੱਕ ਲੇਲਾ ਫੜ ਲਿਆ ਤੇ ਉਹਨੂੰ ਸਾਧ ਸੰਗਤ ਜੀ ਮਾਰ ਦਿੱਤਾ, ਤੇ ਪ੍ਰਮਾਤਮਾ ਨੇ ਕਿਹਾ ਇਹ ਤੂੰ ਚੰਗਾ ਨਹੀਂ ਕੀਤਾ। ਇਹ ਮੋਹ ਦੀ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਸੰਖ ਸੂਰ ਮੋਹ ਪਗਸਾਰ। ਕਹਿੰਦੇ ਨੇ ਬਿਆਸ ਜਿਹੜਾ ਰਿਸ਼ੀ ਹੋਇਆ ਸਾਡੇ, ਮੈਂ ਤਾਂ ਹੈਰਾਨ ਹੁੰਦਾ, ਸਾਨੂੰ ਤਾਂ ਮਾੜਾ ਜਿਹਾ ਕਿਤੇ ਦੁੱਖ ਲੱਗ ਜੇ ਨਾ ਅਸੀਂ ਕਿੰਨੀ ਹਾਹਾਕਾਰ ਕਰਨ ਲੱਗ ਪੈਂਦੇ ਆ। ਬਿਆਸ ਰਿਸ਼ੀ ਦੇ 100 ਪੁੱਤਰ ਹੋਏ, 100 ਦੇ 100 ਚੜਾਈ ਕਰ ਗਏ। ਕਿੱਡਾ ਕੁ ਸਾਧ ਸੰਗਤ ਜੀ, ਕਿੱਡਾ ਕੁ ਵੱਡਾ ਦੁੱਖ ਹੈ। ਆ ਸਾਨੂੰ ਮਾੜਾ ਜਿਹਾ ਕੋਈ ਬੁਖਾਰ ਹੀ ਚੜ ਜੇ ਅਸੀਂ ਤਾਂ ਬੜੇ ਵਿਆਕੁਲ ਹੋ ਜਾਂਦੇ ਆ, ਪਤਾ ਨਹੀਂ ਟਾਈਫਾਇਡ ਨਾ ਹੋ ਗਿਆ, ਪਤਾ ਨਹੀਂ ਉਸ ਤੋਂ ਅੱਗੇ ਸਾਡੀ ਵਿਚਾਰ ਚੱਲਣ ਲੱਗ ਪੈਂਦੀ ਹੈ। ਬਿਆਸ ਰਿਸ਼ੀ ਦੇ 100 ਪੁੱਤਰ ਹੋਏ, ਵਾਰੀ ਵਾਰੀ 100 ਦੇ 100 ਚੜਾਈ ਕਰ ਗਏ। ਕਿੱਡਾ ਵੱਡਾ ਦੁੱਖ ਹੈ। ਇੱਕ ਪੁੱਤਰ ਚੜਾਈ ਕਰ ਜੇ, ਮੈਨੂੰ ਲੱਗਦਾ ਮਾਂ 6 ਮਹੀਨੇ ਤੱਕ ਪਤਾ ਨਹੀਂ ਲੱਗਦਾ ਹੋਣ ਕੀ ਰਿਹਾ। ਇੱਕੋ ਇੱਕ ਪੁੱਤਰ ਹੋਵੇ ਜਿਸ ਮਾਂ ਦਾ। 100 ਪੁੱਤਰ ਹੋਏ, 100 ਦੇ 100 ਚੜਾਈ ਕਰ ਗਏ। ਕਹਿੰਦੇ ਬਿਆਸ ਰਿਸ਼ੀ ਜਿਹੜਾ ਦਰਿਆ ਨਾਮ ਪਿਆ ਨਾ, ਉਹ ਬਿਆਸ ਰਿਸ਼ੀ ਦੇ ਨਾਂ ਤੇ ਪਿਆ। ਕਹਿੰਦੇ ਦਰਿਆ ਵਿੱਚ ਛਾਲ ਮਾਰਨ ਚੱਲਿਆ। ਬਿਆਸ ਰਿਸ਼ੀ ਜਿਹੜਾ ਮਨ ਵਿੱਚ ਆ ਗਿਆ ਕਿ ਹੁਣ ਜੀਣਾ ਨਹੀਂ ਸੰਸਾਰ ਤੇ। 100 ਪੁੱਤਰ ਹੋਏ, 100 ਦੇ 100 ਚੜਾਈ ਕਰ ਗਏ, ਹੁਣ ਜੀਣਾ ਨਹੀਂ। ਕਹਿੰਦੇ ਜਦੋਂ ਦਰਿਆ ਵਿੱਚ ਛਾਲ ਮਾਰਨ ਲੱਗਾ, ਦਰਿਆ ਹੈਰਾਨ ਹੋ ਗਿਆ। ਕਹਿੰਦੇ ਜੇ ਇਹਨੇ ਛਾਲ ਮਾਰ ਦਿੱਤੀ, ਏਡਾ ਵੱਡਾ ਰਿਸ਼ੀ ਹੈ ਤੇ ਮੇਰੇ ਤੇ ਦਾਗ ਲੱਗ ਜਾਏਗਾ। ਕਹਿੰਦੇ ਉਸ ਸਮੇਂ ਉਸ ਦਰਿਆ ਨੇ 100 ਧਾਰਾਂ ਜਿਹੜੀਆਂ ਨੇ ਆਪਣੇ ਵਿੱਚੋਂ ਪ੍ਰਗਟ ਕਰ ਦਿੱਤੀਆਂ। ਉਹ ਡੁੱਬ ਹੀ ਨਾ ਸਕੇ ਪਾਣੀ ਵਿੱਚ। ਅਖੀਰਕਾਰ ਬਾਹਰ ਆਏ ਜਦੋਂ ਪਾਣੀ ਤੋਂ, ਕਹਿੰਦੇ ਦਰਖਤ ਦੇਖਿਆ ਕਿ ਦਰਖਤ ਉੱਤੇ ਲਮਕ ਕੇ ਫਾਂਸੀ ਲਗਾ ਕਰਕੇ ਮਰਾਂਗਾ। ਫਿਰ ਕਹਿੰਦੇ ਐਸੀ ਛਾਲ ਮਾਰੀ, ਕਹਿੰਦੇ ਉਹ ਦਰਖਤ ਵੀ ਸਾਧ ਸੰਗਤ ਜੀ ਥੱਲੇ ਡਿੱਗ ਪਿਆ। ਸੋ ਮਹਾਰਾਜ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿ ਭਾਈ ਮੋਹ ਜਿਹੜਾ ਉਹ ਅਨੇਕਾਂ ਪ੍ਰਕਾਰ ਦਾ ਹੈ। ਇਸ ਤਰੀਕੇ ਦੇ ਨਾਲ ਅਨੇਕਾਂ ਜਿਹੜੇ ਸੰਸਾਰ ਦੇ ਮੋਹਨੀ ਲੋਕ ਹਨ, ਅਸੰਖ ਮੋਹਨ ਲਿਵ ਲਾਏ ਤਾਰ। ਬਹੁਤ ਪ੍ਰਕਾਰ ਦੇ ਮੋਹਨੀ ਨੇ, ਇੱਕ ਰਸ ਵਿੱਚ ਲਿਵ ਲਾਏ ਤਾਰ। ਅਸੀਂ ਤੇ ਕਦੇ ਨਿਤਨੇਮ ਕਰ ਲਿਆ, ਕਦੇ ਨਾ ਕੀਤਾ। ਕਈ ਵਾਰੀ ਮਹੀਨਾ ਲੰਘ ਜਾਂਦਾ, ਕਈ ਵਾਰੀ ਕਈ ਦਿਨ ਲੰਘ ਜਾਂਦੇ ਆ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਪਿਆਰਿਆ, ਬਹੁਤ ਜਿਹੜੇ ਨੇ ਸੰਸਾਰ ਦੇ ਲੋਕ, ਰਿਸ਼ੀ ਮੁਨੀ, ਬਹੁਤ ਪਰਮੇਸ਼ਰ ਦੇ ਜਿਹੜੇ ਪਿਆਰੇ ਹਨ, ਉਹ ਇੱਕ ਟੇਕ ਜਿਹੜੇ ਲਗਾਤਾਰ ਪਰਮੇਸ਼ਰ ਦੇ ਰਸ ਵਿੱਚ ਜੁੜ ਕਰਕੇ ਬੈਠੇ ਹੋਏ ਹਨ। ਆਓ ਇਹਨਾਂ ਪੰਕਤੀਆਂ ਨੂੰ ਕੁਦਰਤ ਕਵਣ ਕਾਹ ਵਿਚਾਰ। ਮਹਾਰਾਜ ਮੇਰੀ ਕੀ ਤਾਕਤ ਹੈ ਤੇਰੇ ਤੋਂ ਤੇਰੀ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾ ਏਕ ਵਾਰ, ਇੱਕ ਵੀ ਵਾਰੀ ਮੈਂ ਤੇਰੇ ਕੀਤੇ ਹੋਏ ਤੋਂ, ਤੇਰੇ ਸੰਸਾਰ ਦੇ ਪਸਾਰੇ ਤੋਂ ਵਾਰੇ ਨਹੀਂ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਮੇਰੇ ਲਈ ਰਜਾ ਹੈ, ਭਲਾ ਹੈ। ਗੁਰੂ ਪਿਆਰੇ ਜਿਸ ਦਿਨ ਇਹ ਗੱਲ ਪੱਲੇ ਬਣ ਲਈ ਨਾ ਕਿ ਜੋ ਕੁਝ ਜ਼ਿੰਦਗੀ ਵਿੱਚ ਹੋ ਰਿਹਾ ਹੈ ਉਹ ਪ੍ਰਮਾਤਮਾ ਦੀ ਰਜਾ ਹੈ, ਤੇ ਸਮਝ ਲੈਣਾ ਉਸ ਦਿਨ ਮਹਾਰਾਜ ਨੇ ਕਿਰਪਾ ਕਰ ਦਿੱਤੀ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੈ ਅਦਵੈਤ ਸਰੂਪ ਪਰਮੇਸ਼ਰ ਵਾਹਿਗੁਰੂ, ਤੂੰ ਸਦਾ ਟਲ ਹੈ, ਤੂੰ ਸਦਾ ਸਦੀਵੀ ਹੈ, ਪਰ ਮੇਰੇ ਤੇ ਕਿਰਪਾ ਕਰ, ਇਸ ਜਨਮ ਵਿੱਚ ਹੀ ਛੁਟਕਾਰਾ ਦੇ ਦੇ। ਅਬ ਕੀ ਬਾਰ ਬਖਸ਼ ਬੰਦੇ ਕੋ। ਜੇ ਪਿਆਰੇ ਇਸ ਵਾਰ ਛੁਟਕਾਰਾ ਨਹੀਂ ਮਿਲਿਆ ਨਾ, ਫਿਰ ਜੂਨ ਮਿਲੇਗੀ, ਫਿਰ ਜੂਨ ਮਿਲੇਗੀ, ਫਿਰ ਜੂਨ। ਏਦਾਂ ਕਰਦਿਆਂ ਪਤਾ ਨਹੀਂ ਕਿੰਨਾ ਸਮਾਂ ਲੰਘ ਜੇ। ਹੁਣ ਤੇ ਗੁਰੂ ਵੀ ਪੂਰਾ ਮਿਲਿਆ। ਅੱਜ ਦਾ ਹੁਕਮਨਾਮਾ ਹੈ ਨਾ, ਗੁਰ ਪੂਰਾ ਭੇਟਿਓ ਵਡਭਾਗੀ। ਜਿਸ ਦਿਨ ਪੂਰਾ ਗੁਰੂ ਮਿਲ ਜਾਂਦਾ। ਜਸਵੰਤ ਰਾਜਾ ਆਇਆ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਕੋਲ। ਮੈਂ ਕੱਲ ਨੂੰ ਆਪ ਜੀ ਨਾਲ ਸਾਖੀ ਸਾਂਝੀ ਕਰਾਂਗਾ। ਸਤਿਗੁਰ ਕਿਰਪਾ ਕਰਨ, ਅਰਦਾਸ ਕਰੀਏ ਸਤਿਗੁਰੂ ਕੋਟਾਨ ਕੋਟ ਸ਼ੁਕਰਾਨਾ, ਜੋ ਕਿ ਮਨੁੱਖਾ ਜਨਮ ਬਖਸ਼ਿਆ, ਆਪਣੀ ਨਿੱਗੀ ਗੋਦ ਦਾ ਆਨੰਦ ਬਖਸ਼ਿਆ। ਹੁਣ ਕਿਰਪਾ ਕਰਿਓ ਇਸ ਵਾਰ ਮਹਾਰਾਜ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰ ਦਿਓ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਸਤਿਗੁਰ ਕਿਰਪਾ ਕਰਨ। ਇਹ ਵਿਚਾਰ ਗਾਵਿਆ ਸੁਣਿਆ ਥਾਏ ਪਾ ਕਰਕੇ ਨਾਮ ਧਨ ਗੁਰਸਿੱਖੀ ਜੀਵਨ ਸਭਨਾ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ। ਅੱਜ ਗੁਰੂ ਪਿਆਰਿਓ 17ਵੀਂ ਪੌੜੀ ਦੀ ਵਿਚਾਰ ਪੂਰਨ ਹੋਈ ਹੈ। ਕੱਲ ਨੂੰ 18ਵੀਂ ਪੌੜੀ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖੇ। ਕਥਾ ਦੀ ਵਿਚਾਰ ਬਖਸ਼ਿਸ਼ ਕਰਕੇ ਸੁਣਨ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਦਰ ਦੀ ਵਿਚਾਰ ਆਪ ਕਥਨ ਤੇ ਸੁਣਨ ਦੀ ਦਾਤ ਬਖਸ਼ਿਸ਼ ਕਰਨ। ਆਪ ਸਮੂਹ ਸੰਗਤ ਦਾ, ਸਾਰੀ ਸੰਗਤ ਦਾ ਧੰਨਵਾਦ। ਸਤਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।